ਕਿ ਜੀ ਇੰਡਸਟਰੀ ਹੈ ਨਹੀਂ ਇੰਨੀ ਪੰਜਾਬ 'ਚ। ਹਾਂਜੀ, ਐਗਰੀਕਲਚਰ ਬੇਸਡ ਇਕੋਨਮੀ ਹੈਗੀ ਹੈ ਸਾਡੀ, ਉੱਤੋਂ ਜ਼ਮੀਨਾਂ ਟੁੱਟ ਗਈਆਂ। ਸੋ ਦਿਸ ਇਜ਼ ਲਾਈਕ ਅ ਬਿਗ ਪ੍ਰੋਬਲਮ। ਸੋ ਉਸ ਕਰਕੇ ਇਹ ਸਾਡਾ ਇਹ ਕੈਰੈਕਟਰ ਹੈਗਾ ਜੀ ਫਿਲਮ 'ਚ ਅਮਨਪ੍ਰੀਤ। ਅਮਨਪ੍ਰੀਤ ਬਾਹਰ ਜਾਂਦਾ, ਮਤਲਬ ਦਿੱਲੀ ਜਾਂਦਾ ਕੰਮ ਕਰਨ ਵਾਸਤੇ। ਅਨਇੰਪਲੋਇਮੈਂਟ ਬਾਰੇ ਗੱਲ ਕਰਦੀ ਹੈ, ਮਤਲਬ ਬੇਰੁਜ਼ਗਾਰੀ। ਹਾਂਜੀ, ਲੋਕਾਂ ਕੋਲ ਕੰਮ ਹੈ ਨਹੀਂ, ਜੌਬਸ ਹੈ ਨਹੀਂ ਜੀ। ਕਿੰਨੇ ਲੋਕਾਂ ਨੂੰ ਤੁਸੀਂ ਗਵਰਨਮੈਂਟ ਜੌਬਸ ਦੇ ਦੋਗੇ? ਪੈਸਾ ਬਹੁਤ ਜ਼ਰੂਰੀ ਹੈ, ਪਰ ਇਕੱਲਾ ਪੈਸਾ ਕੁਛ ਨਹੀਂ ਕਰ ਸਕਦਾ। ਫੈਮਿਲੀ, ਫਰੈਂਡਸ ਬਹੁਤ ਜ਼ਰੂਰੀ ਨੇ, ਕਮਿਊਨਿਟੀ ਬਹੁਤ ਜ਼ਰੂਰੀ ਹੈ। ਸੋ ਇੱਕ ਗੱਲ ਕਰਦੀ ਹੈ ਫਿਲਮ ਅਰਬਨ ਆਈਸੋਲੇਸ਼ਨ ਉੱਤੇ ਵੀ। ਜੇ ਤੁਸੀਂ ਜਵਾਂ ਪਿੰਡ ਦੇ ਕੈਰੈਕਟਰ ਦੇ ਅੰਦਰ ਆਉਣਾ ਚਾਹੁੰਦੇ ਹੋ, ਉਹਦੇ ਵਾਸਤੇ ਮੈਨੂੰ ਪਿੰਡ ਹੀ ਜਾਣਾ ਪਿਆ। ਮੈਂ 4 ਮਹੀਨੇ ਸ਼ੂਟ ਤੋਂ ਪਹਿਲਾਂ ਪਿੰਡ ਲਾਏ, ਕਈ ਚਲਾਈ, ਖੇਤਾਂ 'ਚ ਕੰਮ ਕੀਤਾ। ਹਾਂਜੀ, ਉੱਥੇ ਲੋਕਾਂ ਨਾਲ ਰਿਹਾ, ਫਿਰ ਜਾ ਕੇ ਇਹ ਸ਼ੂਟ ਕੀਤੀ ਜੀ। ਤੇ ਜੇ ਤੁਹਾਨੂੰ ਕੋਈ ਚੰਗੀ ਚੀਜ਼ ਦੱਸ ਰਿਹਾ, ਸੁਣ ਲਓ। ਬਸ ਐਜ਼ ਐਕਟਰਸ ਉਹ ਬਹੁਤ ਜ਼ਰੂਰੀ ਹੈ ਕਿ ਸੁਣ ਲਓ, ਅਬਜ਼ੌਰਬ ਕਰੋ ਉਹ ਕਿੱਥੋਂ ਆ ਰਹੇ ਨੇ, ਉਹਨਾਂ ਦਾ ਪੁਆਇੰਟ ਆਫ ਵਿਊ ਕੀ ਹੈ, ਕਿਉਂਕਿ ਉਹਨਾਂ ਦੇ ਐਕਸਪੀਰੀਐਂਸਿਸ ਅੱਡ ਨੇ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ। ਹਾਲ ਹੀ ਦੇ ਵਿੱਚ ਸਾਡੇ ਪੰਜਾਬੀ ਸਿਨੇਮਾ ਦੇ ਵਿੱਚ ਇੱਕ ਬੜੀ ਖੂਬਸੂਰਤ ਫਿਲਮ ਰਿਲੀਜ਼ ਹੋਈ ਹੈ, ਜਿਸ ਦਾ ਨਾਮ ਆਪਣੇ ਆਪ ਦੇ ਵਿੱਚ ਬਹੁਤ ਕੁਝ ਕਹਿੰਦਾ ਹੈ। ਫਿਲਮ ਦਾ ਨਾਮ ਹੈ ਰੰਜ। ਜਦੋਂ ਰੰਜ ਫਿਲਮ ਦਾ ਟ੍ਰੇਲਰ ਆਇਆ ਸੀ ਤਾਂ ਉਸ ਨੂੰ ਵੀ ਸਭ ਨੇ ਬਹੁਤ ਅੱਛਾ ਰਿਸਪੌਂਸ ਦਿੱਤਾ। ਫਿਲਮ ਆਲਰੇਡੀ ਬਹੁਤ ਸਾਰੇ ਫਿਲਮ ਫੈਸਟੀਵਲਸ ਦੇ ਵਿੱਚ ਵੀ ਪਸੰਦ ਕੀਤੀ ਜਾ ਰਹੀ ਹੈ। ਸੋ ਸਾਡੇ ਨਾਲ ਇਸ ਵਕਤ ਮੌਜੂਦ ਨੇ ਐਕਟਰ, ਪ੍ਰੋਡਿਊਸਰ ਆਦੇਸ਼ ਸਿੱਧੂ। ਫਿਲਮ ਦੇ ਬਾਰੇ ਬਾਕੀ ਦੀ ਗੱਲਬਾਤ ਆਪਾਂ ਉਹਨਾਂ ਨਾਲ ਹੀ ਕਰਦੇ ਹਾਂ। ਆਦੇਸ਼, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸੋ ਫਿਲਮ ਰੰਜ ਫਾਈਨਲੀ ਰਿਲੀਜ਼ ਹੋ ਗਈ ਹੈ, ਜਿਸ ਦਾ ਇੰਤਜ਼ਾਰ ਸੀ ਤੁਹਾਨੂੰ ਥੀਏਟਰਸ ਦੇ ਵਿੱਚ। ਆਲਰੇਡੀ ਪਹਿਲੇ ਤੇ ਫਿਲਮ ਨੂੰ ਫਿਲਮ ਫੈਸਟੀਵਲ 'ਚ ਪਸੰਦ ਕੀਤਾ ਹੀ ਜਾ ਰਿਹਾ ਸੀ। ਸੋ ਹੁਣ ਕਿਸ ਤਰ੍ਹਾਂ ਦੀਆਂ ਫੀਲਿੰਗਸ ਨੇ? ਜੀ ਬਹੁਤ ਵਧੀਆ ਲੱਗ ਰਿਹਾ ਹੈ। ਇਹ ਐਕਚੁਅਲੀ ਫਿਲਮ 2020 ਵਿੱਚ ਰਿਲੀਜ਼ ਹੋਣੀ ਸੀ, ਜੂਨ 'ਚ, ਪਰ ਹੁਣ ਐਗਜ਼ੈਕਟਲੀ 2 ਸਾਲ ਬਾਅਦ ਰਿਲੀਜ਼ ਹੋ ਰਹੀ ਹੈ ਜੀ। ਅਤੇ ਮੈਨੂੰ ਓਬਵੀਅਸਲੀ ਬਹੁਤ ਚੰਗਾ ਲੱਗ ਰਿਹਾ, ਸਾਨੂੰ 2 ਸਾਲ ਵੇਟ ਕਰਨਾ ਪਿਆ। ਅਤੇ ਜੀ ਇਹ ਫਿਲਮ ਬਹੁਤ ਹੀ, ਮੈਂ ਕਹੂੰਗਾ, ਡੀਪ ਫਿਲਮ ਹੈਗੀ ਹੈ। ਇਹ ਦੇਖਣੀ ਜ਼ਰੂਰੀ ਹੈ, ਮੈਂ ਕਹਿੰਦਾ ਪੰਜਾਬੀ ਆਡੀਅנס ਨੂੰ, ਬਿਕੋਜ਼ ਇਹ ਜੀ ਗੱਲ ਕਰਦੀ ਹੈਗੀ ਹੈ ਮਾਈਗ੍ਰੇਸ਼ਨ ਉੱਤੇ। ਮਾਈਗ੍ਰੇਸ਼ਨ ਮਤਲਬ ਜੀ ਤੁਸੀਂ ਛੋਟੇ ਸ਼ਹਿਰ ਤੋਂ ਵੱਡੇ ਸ਼ਹਿਰ ਜਾਂਦੇ ਆ, ਜਾਂ ਛੋਟੇ ਪਿੰਡ ਤੋਂ ਆਪਾਂ ਵੱਡੇ ਸ਼ਹਿਰ ਜਾਂਦੇ ਆ ਕੰਮ ਵਾਸਤੇ। ਹਾਂਜੀ, ਜਾਂ ਆਪਦੀ ਲਾਈਵਲੀਹੁੱਡ ਵਾਸਤੇ। ਹੁਣ ਗੱਲ ਇਹ ਹੈਗੀ ਹੈ ਜੀ, ਇਹ ਫਿਲਮ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਪੰਜਾਬ ਦੇ ਜੀ ਹਾਲਾਤ ਇਸ ਟਾਈਮ 'ਤੇ ਹੈਗੇ ਆ ਖਰਾਬ। ਅਨਇੰਪਲੋਇਮੈਂਟ ਵੱਧ ਗਈ ਹੈ ਜੀ। ਮੈਂ ਬਹੁਤ ਆਰਟੀਕਲਸ ਪੜ੍ਹੇ ਨੇ ਔਨ ਅਨਇੰਪਲੋਇਮੈਂਟ। ਤੁਸੀਂ ਨੈੱਟ 'ਤੇ ਸਰਚ ਕਰ ਲਓ ਜੀ, ਬਹੁਤ ਆਰਟੀਕਲਸ ਨੇ। ਐਂਡ ਅਨਇੰਪਲੋਇਮੈਂਟ ਵੱਧ ਹੀ ਰਹੀ ਹੈ। ਹਾਂਜੀ, ਸੋ ਲੋਕ ਕੀ ਕਰਦੇ, ਬਾਹਰ ਜਾਂਦੇ ਆ ਕੰਮ ਕਰਨ ਵਾਸਤੇ। ਹੁਣ ਇੱਕ ਤਾਂ ਹੋ ਗਿਆ ਜੀ ਕਿ ਤੁਹਾਡੀ ਚੋਇਸ ਹੈ, ਤੁਸੀਂ ਬਾਹਰ ਜਾ ਰਹੇ ਹੋ, ਠੀਕ ਹੈ, ਮਤਲਬ ਕੋਈ ਪਰਟੀਕੂਲਰ ਜੌਬ ਹੈਗਾ ਜਾਂ ਕੁਛ। ਸੋ ਯੂ ਆਰ ਗੋਇੰਗ ਆਊਟ, ਬੇਸ਼ੱਕ ਯੂ ਆਰ ਗੋਇੰਗ ਟੂ ਡਿਫਰੈਂਟ ਕੰਟਰੀ ਜਾਂ ਵੱਡੇ ਸ਼ਹਿਰ ਜਾ ਰਹੇ ਹੋ। ਬਟ ਇੱਕ ਹੋ ਗਿਆ ਜੀ ਕਿ ਤੁਹਾਡੇ ਏਰੀਆ ਵਿੱਚ ਕੰਮ ਹੈ ਹੀ ਨਹੀਂ, ਐਜੂਕੇਸ਼ਨ ਘੱਟ ਹੈਗੀ ਹੈ, ਕੰਮ ਹੈ ਨਹੀਂ, ਕੋਈ ਸਕਿਲਡ ਕੰਮ ਹੈ ਨਹੀਂ। ਮਤਲਬ ਇੱਕ ਤਾਂ ਹੁੰਦਾ ਨਾ ਕਿ ਤੁਹਾਨੂੰ ਸਕੂਲ ਵਿੱਚ ਕੋਈ ਸਕਿਲਡ ਚੀਜ਼ ਪੜ੍ਹਾਈ ਜਾਂਦੀ ਹੈ ਅਤੇ ਉਹੀ ਤੁਸੀਂ ਆਪਦੇ ਏਰੀਆ 'ਚ ਵਿੱਚ ਯੂਜ਼ ਕਰ ਸਕਦੇ ਹੋ। ਇਹ ਹੋ ਵੀ ਰਿਹਾ ਕਿਉਂਕਿ ਜੀ ਇੰਡਸਟਰੀ ਹੈ ਨਹੀਂ ਇੰਨੀ ਪੰਜਾਬ 'ਚ। ਹਾਂਜੀ, ਐਗਰੀਕਲਚਰ ਬੇਸਡ ਇਕੋਨਮੀ ਹੈਗੀ ਹੈ ਸਾਡੀ, ਉੱਤੋਂ ਜ਼ਮੀਨਾਂ ਟੁੱਟ ਗਈਆਂ। ਸੋ ਦਿਸ ਇਜ਼ ਲਾਈਕ ਅ ਬਿਗ ਪ੍ਰੋਬਲਮ। ਸੋ ਉਸ ਕਰਕੇ ਇਹ ਸਾਡਾ ਇਹ ਕੈਰੈਕਟਰ ਹੈਗਾ ਜੀ ਫਿਲਮ 'ਚ ਅਮਨਪ੍ਰੀਤ। ਅਮਨਪ੍ਰੀਤ ਬਾਹਰ ਜਾਂਦਾ, ਮਤਲਬ ਦਿੱਲੀ ਜਾਂਦਾ ਕੰਮ ਕਰਨ ਵਾਸਤੇ। ਅਤੇ ਇਹ ਫਿਲਮ ਹੈਗੀ ਹੈ ਜੀ ਕਿ ਉਹ ਦਿੱਲੀ 'ਚ ਮਤਲਬ ਵਾਟ ਹੀ ਫੀਲਸ। ਹਾਂਜੀ, ਉਹਦੇ ਐਕਸਪੀਰੀਐਂਸਿਸ ਕੀ ਨੇ ਦਿੱਲੀ 'ਚ। ਫਿਰ ਗੱਲ ਹੁੰਦੀ ਹੈ ਜੀ ਅਰਬਨ ਆਈਸੋਲੇਸ਼ਨ ਉੱਤੇ। ਅਰਬਨ ਆਈਸੋਲੇਸ਼ਨ ਜੀ, ਤੁਸੀਂ ਹੁਣ ਕਿਤੇ ਪਹੁੰਚ ਗਏ ਹੋ ਨਵੀਂ ਥਾਂ 'ਤੇ, ਉੱਥੇ ਨਾ ਤੁਹਾਡੇ ਮਾਪੇ, ਨਾ ਤੁਹਾਡੇ ਯਾਰ ਦੋਸਤ, ਨਾ ਤੁਹਾਡੇ ਰਿਸ਼ਤੇਦਾਰ, ਕੋਈ ਨਹੀਂ ਹੈਗਾ। ਅਤੇ ਤੁਹਾਨੂੰ ਹੁੰਦਾ, ਤੁਹਾਨੂੰ ਇਕੱਲਾਪਨ ਮਹਿਸੂਸ ਹੁੰਦਾ ਕਿਉਂਕਿ ਜੀ ਇਕੱਲਾ ਪੈਸਾ ਬਹੁਤ ਜ਼ਰੂਰੀ ਹੈ, ਪਰ ਇਕੱਲਾ ਪੈਸਾ ਕੁਛ ਨਹੀਂ ਕਰ ਸਕਦਾ। ਫੈਮਿਲੀ, ਫਰੈਂਡਸ ਬਹੁਤ ਜ਼ਰੂਰੀ ਨੇ, ਕਮਿਊਨਿਟੀ ਬਹੁਤ ਜ਼ਰੂਰੀ ਹੈ। ਸੋ ਇੱਕ ਗੱਲ ਕਰਦੀ ਹੈ ਫਿਲਮ ਅਰਬਨ ਆਈਸੋਲੇਸ਼ਨ ਉੱਤੇ ਵੀ। ਅਤੇ ਇਹ ਮੈਸੇਜ ਵੀ ਹੈਗਾ ਜੀ ਫਿਲਮ ਦਾ ਕਿ ਤੁਸੀਂ ਜੇ ਕਿਤੇ ਬਾਹਰ ਜਾਂਦੇ ਵੀ ਹੋ, ਕਮਿਊਨਿਟੀ ਹੋਣੀ ਫॉर योर ਮੈਂਟਲ ਹੈਲਥ ਬਹੁਤ ਜ਼ਰੂਰੀ ਹੈ। ਹਾਂਜੀ, ਇੱਕ ਤਾਂ ਹੈ ਅਰਬਨ ਆਈਸੋਲੇਸ਼ਨ, ਇੱਕ ਹੈਗਾ ਜੀ ਲਵ ਸਟੋਰੀ। ਹੁਣ ਲਵ ਸਟੋਰੀ ਇਹ ਜੀ ਰੈਗੂਲਰ ਲਵ ਸਟੋਰੀ ਨਹੀਂ ਹੈਗੀ ਹੈ, ਜਿਵੇਂ ਸ਼ੂਟ ਕੀਤੀ ਗਈ ਹੈ ਫਿਲਮ। ਦੇਰ ਆਰ ਸ਼ਾਰਟਸ ਵੇ ਅਮਨਪ੍ਰੀਤ ਸੋਚ ਰਿਹਾ ਹੁੰਦਾ ਹੈ, ਠੀਕ ਹੈ, ਗੀਤੂ ਬਾਰੇ, ਅਤੇ ਉਹ ਸਾਹਮਣੇ ਬੈਠੀ ਹੁੰਦੀ ਹੈ। ਸੋ ਜਿਹੜੀ ਐਕਚੁਅਲੀ ਗੀਤੂ ਨਾਲ ਉਹਦਾ ਜਿਹੜਾ ਸੀਨ ਹੁੰਦਾ, 1-2 ਸੀਨ ਨੇ ਜਿਹੜਾ ਐਕਚੁਅਲੀ ਰੀਅਲ ਟਾਈਮਸ ਨੇ, ਜਾਂ ਤਾਂ ਪਾਸਟ ਵਿੱਚ ਹੁੰਦਾ ਅਤੇ ਜਾਂ ਉਹਦੇ ਦਿਮਾਗ 'ਚ ਗੱਲ ਚੱਲ ਰਹੀ ਹੁੰਦੀ ਹੈ। ਸੋ ਬਹੁਤ ਹੀ ਇੰਟਰਸਟਿੰਗ ਤਰੀਕੇ ਨਾਲ ਸ਼ੂਟ ਕੀਤੀ ਗਈ ਹੈ। ਉੱਤੋਂ ਜੀ ਇਹ ਫਿਲਮ ਹੈਗੀ ਹੈ ਕੈਰੈਕਟਰ ਡਰਿਵਨ ਫਿਲਮ।
ਸੋ ਤੁਸੀਂ ਇੱਕ ਕੈਰੈਕਟਰ ਹੈਗਾ ਅਮਨਪ੍ਰੀਤ, ਉਹਨੂੰ ਹੀ ਫੋਲੋ ਕਰ ਰਹੇ ਹੋ। ਸੋ ਹਾਊ ਇਟਸ ਸ਼ਾਟ ਇਜ਼ ਵੈਰੀ ਇੰਟਰਸਟਿੰਗ। ਅਤੇ ਜਿਹੜੇ ਵੀ ਕੈਰੈਕਟਰ ਨੂੰ ਮਿਲਦਾ ਹੈ ਦੇ ਆਰ ਵੈਰੀ ਸਟਰੋਂਗ ਕੈਰੈਕਟਰਸ। ਹੁਣ ਇਹ ਜਦੋਂ ਜਾਂਦਾ ਇੱਥੋਂ ਕਿ ਬਈ ਦਾ ਪੰਜਾਬ ਤੋਂ ਆਪਦੇ ਪਿੰਡ ਤੋਂ ਦਿੱਲੀ ਜਾਂਦਾ, ਆਪਦੇ ਰਿਸ਼ਤੇਦਾਰ ਕੋਲ ਹੀ ਜਾਂਦਾ। ਹੁਣ ਇਹਦਾ ਜਿਹੜਾ ਰਿਸ਼ਤੇਦਾਰ ਹੈਗਾ ਜੀ, ਉਹ ਹੈਗਾ ਬਿਜ਼ਨਸਮੈਨ। ਉਹ ਬਿਜ਼ਨਸਮੈਨ ਵਾਂਗੂ ਹੀ ਸੋਚਦਾ ਅਤੇ ਉਹ ਗਲਤ ਨਹੀਂ ਹੈ, ਪਰ ਉਹ ਬਿਜ਼ਨਸਮੈਨ 'ਚ ਵੀ ਜੀ ਇੱਕ ਫਲੋ ਹੈਗੀ ਹੈ। ਉਹ ਨਾ ਅਮਨਪ੍ਰੀਤ ਨੂੰ ਦੱਬਦਾ ਹੈ ਜੀ, ਅਤੇ ਉੱਤੋਂ ਬਹੁਤ ਗਾਲਾਂ ਗੂਲਾਂ ਕੱਢਦਾ ਐਂਡ ਆਲ ਵਿਚ ਇਜ਼ ਨਾਟ ਰਾਈਟ। ਅਤੇ ਆਪਣੇ ਪੰਜਾਬੀ ਵੀ ਡੋਂਟ ਟੇਕ ਦੈਟ ਐਨੀਵੇ ਰਾਈਟ। ਸੋ ਉਹ ਹੈਗਾ ਜੀ। ਸੋ ਵਾਟ ਅਮਨਪ੍ਰੀਤ ਹਾਊ ਹੀ ਡੀਲਸ ਵਿਦ ਇਟ, ਉਹ ਤੁਸੀਂ ਫਿਲਮ 'ਚ ਦੇਖੋਗੇ ਕਿ ਮਤਲਬ ਹਾਊ ਵਾਟ ਹੀ ਐਕਸਪੀਰੀਅੰਸਿਸ ਐਂਡ ਹਾਊ ਹੀ ਡੀਲਸ ਵਿਦ ਹਿਜ਼ ਮਤਲਬ ਰਿਲੇਟਿਵ। ਹਾਂਜੀ। ਤੁਸੀਂ ਬਹੁਤ ਸਮਾਂ ਥੀਏਟਰ ਕੀਤਾ ਹੈ ਔਰ ਥੀਏਟਰ ਦੇ ਜਿਹੜੇ ਐਕਟਰ ਹੁੰਦੇ ਆ ਉਹਨਾਂ ਦੀ ਐਕਟਿੰਗ ਦੇ ਉੱਪਰ ਕੁਐਸਚਨ ਮਾਰਕ ਨਹੀਂ ਕੀਤਾ ਜਾ ਸਕਦਾ ਹੁੰਦਾ। ਥੀਏਟਰ ਤੋਂ ਜੋ ਟ੍ਰੇਨਿੰਗ ਲਈ ਉਹ ਤੁਹਾਨੂੰ ਕੀ ਲੱਗਦਾ ਹੈ ਕਿ ਐਜ਼ ਆ ਜਦੋਂ ਫਿਲਮਾਂ ਦੀ ਗੱਲ ਕਰੀ ਜਾਂ ਕਿੱਥੇ ਕੰਮ ਆਉਂਦੀ ਹੈ ਜਿਹੜੀ ਟ੍ਰੇਨਿੰਗ ਹੁੰਦੀ ਹੈ ਤੁਹਾਨੂੰ ਲੱਗਦਾ? ਜੀ ਥੀਏਟਰ ਦਾ ਇਹ ਮੈਂ ਜੀ ਐਕਚੁਅਲੀ 2007 ਵਿੱਚ ਦਿੱਲੀ ਥੀਏਟਰ ਕਰਨਾ ਸ਼ੁਰੂ ਕੀਤਾ ਅਤੇ ਮੈਂ 5 ਸਾਲ ਦਿੱਲੀ ਥੀਏਟਰ ਕੀਤਾ। ਫਿਰ ਮੈਂ ਲੰਡਨ ਗਿਆ ਜੀ, ਡਰਾਮਾ ਸਕੂਲ 2 ਸਾਲ ਉੱਥੇ ਕੰਮ ਕੀਤਾ ਅਤੇ ਫਿਰ ਜਾ ਕੇ ਮੈਂ ਬੰਬੇ ਗਿਆ ਵੈਬ ਸੀਰੀਜ਼ ਕਰਨ। ਇਹ ਸਾਰਾ ਕਰਕੇ ਥੀਏਟਰ ਦਾ ਇਹ ਫਾਇਦਾ ਹੁੰਦਾ ਹੈ ਜੀ, ਤੁਸੀਂ ਸਿੱਖ ਜਾਂਦੇ ਹੋ ਕੀ ਨਹੀਂ ਕਰਨਾ। ਇੱਕ ਤਾਂ ਹੁੰਦਾ ਨਾ ਕਿ ਤੁਹਾਨੂੰ ਪਤਾ ਕੀ ਕਰਨਾ ਹੈ ਕੀ ਨਹੀਂ ਕਰਨਾ, ਤੁਸੀਂ ਸਿੱਖ ਜਾਂਦੇ ਹੋ ਮਤਲਬ ਐਕਟਿੰਗ 'ਚ, ਕਿਉਂਕਿ ਉਹ ਇੰਨੇ ਡਿਫਰੈਂਟ ਕੈਰੈਕਟਰਸ ਤੁਸੀਂ ਪਲੇ ਕਰ ਲੈਂਦੇ ਹੋ। ਮਤਲਬ ਤੁਹਾਨੂੰ ਸਮਝ ਆਉਣ ਲੱਗ ਜਾਂਦੀ ਹੈ ਕਰਾਫਟ ਦੀ। ਨਾਲ ਉੱਤੋਂ ਜੀ ਕੈਰੈਕਟਰ ਬਿਲਡਿੰਗ ਜਿਹੜੀ ਬਹੁਤ ਜ਼ਰੂਰੀ ਚੀਜ਼ ਹੈ ਐਕਟਿੰਗ ਵਾਸਤੇ, ਉਹ ਤੁਸੀਂ ਸਿੱਖ ਜਾਂਦੇ ਹੋ ਕਿ ਕੈਰੈਕਟਰ ਬਿਲਡਿੰਗ ਕਿਵੇਂ ਹੁੰਦੀ ਹੈ। ਅਤੇ ਡਿਫਰੈਂਟ ਜੋਨਰਸ ਫੜਨੇ, ਉਹਦੀ ਵੀ ਜਿਵੇਂ ਐਕਟਿੰਗ ਅੱਡ ਹੁੰਦੀ ਹੈ ਜੀ, ਹਰ ਜੋਨਰ ਦੀ ਐਕਟਿੰਗ ਅੱਡ ਹੁੰਦੀ ਹੈ। ਠੀਕ ਹੈ ਜੀ। ਥੋੜ੍ਹਾ ਜਿਹਾ ਬਹੁਤ ਸਟਲ ਤਰੀਕੇ ਨਾਲ ਹੁੰਦਾ ਪਰ ਅੱਡ ਹੁੰਦੀ ਹੈ। ਜਿਵੇਂ ਇਹ ਜੋਨਰ ਹੈਗਾ, ਇਟ ਇਜ਼ ਨਾਟ ਅ ਰੈਗੂਲਰ ਫਿਲਮ ਪੰਜਾਬ ਵਿੱਚ। ਠੀਕ ਹੈ ਜੀ। ਹੁਣ ਜੇ ਇਹੀ ਕਾਮੇਡੀ ਹੁੰਦੀ ਮਤਲਬ ਮੇਰੀ ਐਕਟਿੰਗ ਵੁੱਡ ਹੈਵ ਹੈਡ ਟੂ ਬੀ ਅ ਲਿਟਲ ਡਿਫਰੈਂਟ। ਉਹ ਸਟਲ ਟਵੀਕਸ ਹੁੰਦੇ ਆ। ਸੋ ਇਹ ਸਾਰਾ ਤੁਹਾਨੂੰ ਥੀਏਟਰ ਸਿਖਾ ਦਿੰਦਾ ਹੈ। ਹਾਂਜੀ। ਤੁਹਾਡੇ ਕਰੈਕਟਰ ਦੀ ਗੱਲ ਕਰੀਏ, ਅਮਨਜੋਤ ਹੀ ਹੈ ਔਰ ਅਮਨਪ੍ਰੀਤ ਤੁਹਾਡਾ ਕਰੈਕਟਰ ਔਰ ਆਦੇਸ਼ ਸਿੱਧੂ ਕਿਹੜੀਆਂ ਚੀਜ਼ਾਂ ਮੈਚ ਕਰਦੇ ਹੋ? ਕਿਉਂਕਿ ਜਿੰਨੀ ਰਿਸਰਚ ਤੁਸੀਂ ਇਸ ਮਤਲਬ ਫਿਲਮ ਨੂੰ ਲੈ ਕੇ ਕੀਤੀ ਹੈ ਉਹ ਨਜ਼ਰ ਆ ਰਹੀ ਹੈ ਕਿ ਤੁਸੀਂ ਇਸ ਕਨਸੈਪਟ 'ਤੇ ਬੜਾ ਸੋਚ ਸਮਝ ਕੇ ਕੰਮ ਕੀਤਾ। ਤਾਂ ਕੀ ਮੈਚ ਕਰਦਾ ਹੈ ਤੁਹਾਡੇ ਤੇ ਤੁਹਾਡੇ ਕਰੈਕਟਰ ਦੇ ਵਿੱਚ? ਦੇਖੋ ਜੀ, ਐਕਚੁਅਲੀ ਨਾ ਦਿਸ ਫਿਲਮ ਇਜ਼ ਵੈਰੀ ਡੀਅਰ ਟੂ ਮੀ। ਅਤੇ ਮੈਨੂੰ ਇਹ ਫਿਲਮ ਬਣਾਉਣੀ ਬਹੁਤ ਜ਼ਰੂਰੀ ਲੱਗਦੀ ਸੀ, ਕਿਉਂਕਿ ਗੱਲ ਇਹ ਹੈਗੀ ਕਿ ਜੀ ਮੈਂ ਨਾ 2 ਦੁਨੀਆ ਦੇਖੀਆਂ। ਇੱਕ ਤਾਂ ਜੀ ਪਿੰਡ ਦੀ ਦੁਨੀਆ ਅਤੇ ਇੱਕ ਸ਼ਹਿਰ ਦੀ ਦੁਨੀਆ। ਮੈਂ 4 ਮਹੀਨੇ ਪਿੰਡ ਵੀ ਲਾਏ ਨੇ ਅਤੇ ਸ਼ਹਿਰ ਵੀ ਰਿਹਾ। ਅਤੇ ਜੀ ਫ਼ਰਕ ਬਹੁਤ ਹੈਗਾ ਜੀ। ਠੀਕ ਹੈ, ਮਤਲਬ ਹਰ ਪਿੰਡ ਜਮਾਂ ਸ਼ਹਿਰ ਵਾਂਗੂ ਨਹੀਂ ਹੋ ਸਕਦਾ, ਪਰ ਓਪਰਚੁਨਿਟੀਜ਼ ਹੈਗੀਆਂ ਘੱਟ। ਤਾਂ ਮੈਂ ਉਹ ਛੋਟੇ ਹੁੰਦੇ ਤੋਂ ਦੇਖਿਆ। ਸੋ ਕੈਰੈਕਟਰ ਦੀ ਸਾਈਕੀ ਫੜਨਾ ਮੇਰੇ ਵਾਸਤੇ ਥੋੜ੍ਹਾ ਜਿਹਾ ਸੌਖਾ ਹੋ ਗਿਆ ਸੀ, ਕਿਉਂਕਿ ਮੈਂ ਪਿੰਡ ਵੀ ਵੇਖਿਆ ਅਤੇ ਵੱਡੇ ਸ਼ਹਿਰ ਵੀ ਵੇਖਿਆ ਜੀ। ਸੋ ਉਹ ਮਤਲਬ ਇੱਕ ਤਾਂ ਉਹ ਗੱਲ ਸੀ ਜੀ। ਪਰ ਮੈਂ ਬਾਹਰ ਵੀ ਬਹੁਤ ਰਿਹਾ, ਮਤਲਬ ਦਿੱਲੀ ਰਿਹਾ, ਬੰਬੇ ਰਿਹਾ, ਲੰਡਨ ਰਿਹਾ। ਸੋ ਪਿੰਡ ਦਾ ਬੰਦਾ ਅਤੇ ਪਿੰਡ ਦੇ ਕੈਰੈਕਟਰ ਦੀ ਸਾਈਕੀ ਫੜਨੀ ਇੰਨੀ ਵੀ ਸੌਖੀ ਨਹੀਂ ਹੁੰਦੀ ਕਿ ਤੁਸੀਂ ਮਤਲਬ ਬਾਹਰ ਤਾਂ ਰਹੇ ਹੋ, ਮੈਂ ਪਿੰਡ ਵੀ ਰਿਹਾ, ਪਰ ਜੇ ਤੁਸੀਂ ਜਮਾਂ ਪਿੰਡ ਦੇ ਕੈਰੈਕਟਰ ਦੇ ਅੰਦਰ ਆਉਣਾ ਚਾਹੁੰਦੇ ਹੋ, ਉਹਦੇ ਵਾਸਤੇ ਮੈਨੂੰ ਪਿੰਡ ਹੀ ਜਾਣਾ ਪਿਆ। ਮੈਂ 4 ਮਹੀਨੇ ਸ਼ੂਟ ਤੋਂ ਪਹਿਲਾਂ ਪਿੰਡ ਲਾਏ, ਕਈ ਚਲਾਈ, ਖੇਤਾਂ 'ਚ ਕੰਮ ਕੀਤਾ। ਹਾਂਜੀ। ਉੱਥੇ ਲੋਕਾਂ ਨਾਲ ਰਿਹਾ, ਫਿਰ ਜਾ ਕੇ ਇਹ ਸ਼ੂਟ ਕੀਤੀ ਜੀ ਫਿਲਮ। ਹੁਣ ਜਿਹੜੀ ਦੂਜੀ ਗੱਲ ਮੈਂ ਕਹੀ ਸੀ ਅਰਬਨ ਆਈਸੋਲੇਸ਼ਨ ਉੱਤੇ, ਹੁਣ ਮੈਂ ਬਾਹਰ ਵੀ ਰਿਹਾ। ਸੋ ਮੈਨੂੰ ਸਮਝ ਹੈ ਜੀ। ਜਿਵੇਂ ਕੋਈ ਲੋਕ ਹੁੰਦੇ ਹੈ, ਉਹ ਮਤਲਬ ਮੈਂਟਲ ਡਿਪਰੈਸ਼ਨ ਦੀ ਤੁਸੀਂ ਗੱਲਾਂ ਸੁਣਦੇ ਹੋ ਐਂਡ ਆਲ ਦੈਟ, ਇਹ ਹੋ ਰਿਹਾ ਹੈ, ਉਹ ਇਕੱਲੇ ਨੇ। ਸੋ ਇਹ ਬਹੁਤ ਅੱਜ ਕੱਲ੍ਹ ਦੇ ਇਸ਼ੂਜ਼ ਨੇ ਇਸ ਟਾਈਮ 'ਤੇ। ਸੋ ਇਹ ਫਿਲਮ ਉਹਦੇ ਬਾਰੇ ਵੀ ਸਟਲੀ ਗੱਲ ਕਰਦੀ ਹੈ ਕਿ ਤੁਸੀਂ ਬਾਹਰ ਤਾਂ ਚਲੇ ਜਾਂਦੇ ਹੋ ਅਤੇ ਤੁਸੀਂ ਇਕੱਲੇ ਹੋ, ਪਰ ਇਟਸ ਨਾਟ ਹੈਲਦੀ ਫॉर ਯੂ ਆਲਵੇਜ਼। ਕਮਿਊਨਿਟੀ ਵੀ ਬਣਾਉਣੀ ਬਹੁਤ ਜ਼ਰੂਰੀ ਹੈਗੀ ਹੈ। ਹਾਂਜੀ। ਕੀ ਆਦੇਸ਼ ਸਿੱਧੂ ਆਪਣੇ ਡਾਇਰੈਕਟਰ ਦੇ ਹੀਰੋ ਹੁੰਦੇ ਆ? ਤੁਸੀਂ ਬਹੁਤ ਟਾਈਮ ਥੀਏਟਰ ਕੀਤਾ ਹੈ, ਕਿੰਨੀ ਕੁ ਇੰਪਰੋਵਾਈਜ਼ੇਸ਼ਨ ਕਰਦੇ ਹੋ ਇੱਕ ਕਰੈਕਟਰ ਨੂੰ ਸੁਣਨ ਤੋਂ ਬਾਅਦ? ਇਹ ਤਾਂ ਜੀ ਡਾਇਰੈਕਟਰ ਉੱਤੇ ਹੁੰਦਾ ਹੈ। ਜੇ ਡਾਇਰੈਕਟਰ ਕਹਿਣ ਕਿ ਮਤਲਬ ਔਨ ਤੁਸੀਂ ਕਰੋ ਜੋ ਕਰਨਾ ਹੈ, ਠੀਕ ਹੈ, ਜਿਹੜਾ ਵੀ ਆਪਣੀ ਗੱਲ ਹੋਈ ਹੈ ਤੁਸੀਂ ਕਰੋ, ਫਿਰ ਤਾਂ ਸਪੇਸ ਮਿਲ ਜਾਂਦੀ ਹੈ, ਤੁਸੀਂ ਇੰਪਰੋਵਾਈਜ਼ ਕਰ ਸਕਦੇ ਹੋ। ਪਰ ਕੋਈ ਡਾਇਰੈਕਟਰਸ ਹੁੰਦੇ ਜਿਨ੍ਹਾਂ ਨੂੰ ਇਹ ਇੱਕ ਸ਼ਾਟ ਪਰਟੀਕੂਲਰ ਤਰੀਕੇ ਨਾਲ ਹੀ ਚਾਹੀਦਾ,
ਫਿਰ ਤੁਹਾਨੂੰ ਬੇਸ਼ੱਕ ਤੁਸੀਂ ਇੰਪਰੋਵਾਈਜ਼ ਕਰ ਰਹੇ ਹੋ ਪਰ ਤੁਹਾਨੂੰ ਉਹ ਬੈਂਡ ਘੱਟ ਕਰਨਾ ਪੈਂਦਾ ਹੈ ਤੇ ਡਾਇਰੈਕਟਰ ਦੀ ਵਿਜ਼ਨ ਨਾਲ ਹੀ ਪੂਰਾ ਕੰਮ ਕਰਨਾ ਪੈਂਦਾ ਹੈ। ਇੰਨਾ ਟਾਈਮ ਥੀਏਟਰ ਕਰਨ ਤੋਂ ਬਾਅਦ ਜਦੋਂ ਫਿਲਮੀ ਦੁਨੀਆ ਦੇ ਵਿੱਚ ਹੁਣ ਫਾਈਨਲੀ ਕਦਮ ਰੱਖਿਆ ਹੈ, ਤਾਂ ਪੇਸ਼ੈਂਸ ਕਿੰਨਾ ਕੁ ਇੰਪੋਰਟੈਂਟ ਹੁੰਦਾ ਹੈ, ਜਿਹੜੇ ਮਤਲਬ ਨਵੇਂ ਵੀ ਆਉਣ ਵਾਲੇ ਆ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਸਭ ਤੋਂ ਜ਼ਰੂਰੀ ਹੈ ਕਿ ਕੰਮ ਕਰਦੇ ਰਹੋ। ਠੀਕ ਹੈ, ਕੰਮ ਕਰਦੇ ਰਹੋ, ਪੜ੍ਹਦੇ ਰਹੋ, ਸਿੱਖਦੇ ਰਹੋ। ਐਜ਼ ਐਕਟਰਸ ਅਬਜ਼ੋਰਬ ਕਰਨਾ ਬਹੁਤ ਜ਼ਰੂਰੀ ਹੈ। ਅਬਜ਼ੋਰਬ ਮਤਲਬ ਹਿਊਮਨ ਬਿਹੇਵੀਅਰ ਨੂੰ। ਠੀਕ ਹੈ ਜੀ, ਕਿਤਾਬਾਂ ਪੜ੍ਹੋ। ਠੀਕ ਹੈ, ਪੋਲੀਟਿਕਸ ਸਮਝੋ, ਇਕਨੋਮਿਕਸ ਸਮਝੋ, ਮਿਊਜ਼ਿਕ ਸਮਝੋ, ਆਰਟ ਸਮਝੋ, ਸਾਰਾ ਕੁਝ ਜ਼ਰੂਰੀ ਹੈ। ਤੁਸੀਂ ਓਬਵੀਅਸਲੀ ਤੁਹਾਡੇ ਇਨਫਲੂਐਂਸਸ ਹੁੰਦੇ ਹੈ, ਮਤਲਬ ਆਈ ਲੁੱਕ ਅਪ ਟੂ ਦਿਸ ਪਰਸਨ, ਤੇ ਇਹ ਐਕਟਰ ਬਹੁਤ ਚੰਗੇ, ਇਹ ਡਾਇਰੈਕਟਰ ਬਹੁਤ ਚੰਗੇ, ਉਹ ਐਕਟਰਸ ਬਹੁਤ ਚੰਗੇ। ਇੱਕ ਤਾਂ ਉਹ ਗੱਲ ਹੋ ਗਈ, ਪਰ ਜਿਹੜਾ ਤੁਸੀਂ ਅਬਜ਼ੋਰਬ ਕਰੋਗੇ ਉਹ ਬਹੁਤ ਹੀ ਇੰਪੋਰਟੈਂਟ ਹੋਊਗਾ ਤੁਹਾਡੇ ਵਾਸਤੇ, ਕਿਉਂਕਿ ਤੁਹਾਡੇ ਆਪ ਦੇ ਇਨਫਲੂਐਂਸਸ ਨੇ। ਤੇ ਜਦੋਂ ਤੁਸੀਂ ਜਿਹੜੀਆਂ ਚੀਜ਼ਾਂ ਅਬਜ਼ੋਰਬ ਕਰ ਰਹੇ ਹੋ ਤੁਸੀਂ ਉਹਨੂੰ ਇਕੱਠਾ ਕਰਕੇ ਯੂ ਕੈਨ ਕਮ ਆਊਟ ਵਿਦ ਸਮਥਿੰਗ ਓਰੀਜਨਲ। ਇੱਕ ਤਾਂ ਜੀ ਉਹ ਹੋ ਗਿਆ। ਇੱਕ ਹੋ ਗਿਆ ਜੀ ਪੜ੍ਹੀ ਚੱਲੋ, ਉਹਦੇ ਨਾਲ ਬਹੁਤ ਫਾਇਦਾ ਹੈ। ਪੜ੍ਹੀ ਆਈ ਡੋਂਟ ਮੀਨ ਕਿ ਮਤਲਬ ਕਿਤਾਬੀ ਕੀੜਾ ਹੈ, ਜਸਟ ਮੀਨ ਕਿ ਸਟੱਡੀ ਆਪਦੀ ਔਨ ਰੱਖੋ। ਠੀਕ ਹੈ ਜੀ, ਇੱਕ ਇਹ ਨਾ ਸੋਚੋ ਕਿ ਮੈਂ ਕੱਲ੍ਹ ਹੀ ਸਟਾਰ ਬਣ ਜਾਊਂਗਾ। ਕੋਈ ਲੋਕ ਬਣ ਜਾਂਦੇ ਆ, ਠੀਕ ਹੈ ਜੀ, ਕੋਈ ਲੋਕਾਂ ਨੂੰ ਟਾਈਮ ਲੱਗਦਾ ਹੈ, ਉਹ ਤੁਹਾਡੇ 'ਤੇ ਹੈ। ਬਸ ਤੁਹਾਡਾ ਜੋਬ ਐਜ਼ ਐਕਟਰਸ ਇਹ ਹੁੰਦਾ ਹੈ ਕਿ ਕੰਮ ਕਰੋ। ਠੀਕ ਹੈ, ਬੀ ਓਪਨ ਟੂ ਕ੍ਰਿਟਿਸਿਜ਼ਮ, ਬੀ ਓਪਨ ਟੂ ਲਰਨਿੰਗ ਮੋਰ ਐਂਡ ਕੀਪ ਵਰਕਿੰਗ। ਜੇ ਤੁਸੀਂ ਓਬਵੀਅਸਲੀ ਥੋੜ੍ਹੇ ਜਿਹੇ ਢਿੱਲੇ ਪੈ ਜਾਓਗੇ ਤਾਂ ਓਬਵੀਅਸਲੀ ਫਿਰ ਕੰਮ ਖਰਾਬ ਹੀ ਹੁੰਦਾ ਫਿਰ। ਹਾਂਜੀ, ਤੁਹਾਡਾ ਜਿਹੜਾ ਕਰੈਕਟਰ ਹੈ ਉਹਨੂੰ ਜਦੋਂ ਟ੍ਰੇਲਰ 'ਚ ਵੀ ਦੇਖਿਆ ਸੀ ਜਾਂ ਫਿਲਮ ਦੀ ਗੱਲ ਕਰੀਏ ਤਾਂ ਉਹਦੇ ਐਕਸਪ੍ਰੈਸ਼ਨਸ ਬਹੁਤ ਕੁਝ ਕਹਿੰਦੇ ਆ। ਉਹਦੇ ਅੰਦਰ ਮਤਲਬ ਇੱਕ ਗੁੱਸਾ ਹੈ ਜੋ ਨਜ਼ਰ ਆ ਰਿਹਾ ਕਿ ਸੁਸਾਇਟੀ ਉਹਨੂੰ ਜੋ ਕਰਨ ਨੂੰ ਕਹਿ ਰਹੀ ਹੈ ਉਹ ਨਹੀਂ ਕਰਨਾ ਚਾਹੁੰਦਾ, ਇਸ ਲਈ ਬਹੁਤ ਸਾਰੇ ਲੋਕ ਇਸ ਨਾਲ ਰਿਲੇਟ ਵੀ ਕਰ ਰਹੇ ਆ। ਫਿਲਮ ਦਾ ਕੋਈ ਇਹੋ ਜਿਹਾ ਸੀਨ ਜਿਹੜਾ ਕਰਦੇ ਵਕਤ ਤੁਹਾਨੂੰ ਲੱਗਿਆ ਹੋਵੇ ਕਿ ਤੁਹਾਨੂੰ ਟਫ ਲੱਗਿਆ ਹੋਵੇ ਜਾਂ ਤੁਹਾਨੂੰ ਲੱਗਿਆ ਹੋਵੇ ਇਹ ਮੈਂ ਕਦੀ ਨਹੀਂ ਭੁੱਲ ਸਕਦਾ, ਕੋਈ ਇਹੋ ਜਿਹਾ ਮੂਮੈਂਟ ਤੁਹਾਨੂੰ ਯਾਦ ਹੈ? ਜੀ, ਇਸ ਫਿਲਮ ਵਿੱਚ ਇਹੋ ਜਿਹੇ ਬਹੁਤ ਮੂਮੈਂਟਸ ਨੇ, ਬਟ ਵਾਟ ਵਾਜ਼ ਇੰਪੋਰਟੈਂਟ ਇਨ ਦਿਸ ਫਿਲਮ ਵਾਜ਼ ਐਕਚੁਅਲੀ ਕਿ ਹਰ ਚੀਜ਼ ਇੰਟਰਨਲ ਰੱਖਣੀ। ਕਿਉਂਕਿ ਉਹ ਨਾ ਇੱਕ ਪੁਆਇੰਟ ਹੁੰਦਾ ਹੈ, ਉਹ ਪੁਆਇੰਟ ਤੋਂ ਬਾਹਰ ਨਿਕਲਣਾ ਬਹੁਤ ਸੌਖਾ ਹੈ। ਜ਼ਿਆਦਾ ਗੁੱਸਾ ਦਿਖਾਤਾ, ਜ਼ਿਆਦਾ ਉਹ ਹੋ ਗਿਆ, ਜ਼ਿਆਦਾ ਐਗਰੈਸ਼ਨ, ਜ਼ਿਆਦਾ ਰੋਣਾ ਧੋਣਾ, ਜ਼ਿਆਦਾ ਹੱਸਣਾ। ਇਸ ਫਿਲਮ ਜਿਵੇਂ ਸ਼ੂਟ ਕੀਤੀ ਗਈ ਹੈ ਉਹ ਬਹੁਤ ਜ਼ਰੂਰੀ ਸੀ ਕਿ ਉਹਨੂੰ ਨਾ ਉਸ ਬੈਂਡ ਵਿੱਚ ਹੀ ਰੱਖਣਾ। ਐਂਡ ਬਿਕੋਜ਼ ਇਹ ਫਿਲਮ ਦਾ ਨਾਂ ਹੈਗਾ ਸਲੋ ਬਰਨ, ਇਹ ਜਿਵੇਂ ਚਾਹ ਨਹੀਂ ਗਰਮ ਕਰੀ ਦੀ ਉਬਾਲੀ ਦੀ ਹੌਲੀ 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 ਸ਼ੁਰੂ 'ਚ, ਉਵੇਂ ਕੈਰੈਕਟਰ ਨੂੰ ਵੀ ਉਵੇਂ ਹੀ ਰੱਖਣਾ ਪਿਆ ਸੀ ਮੈਨੂੰ। ਅਤੇ ਫਿਰ ਜਦੋਂ ਉਬਾਲਾ ਦਿੰਦੇ ਹੋ ਉਹ ਫਿਰ ਪੁਆਇੰਟ ਆਉਂਦੇ ਹੈ, ਉਹ ਫਿਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਉਹ ਪੁਆਇੰਟ ਆ ਕਦੋਂ ਰਿਹਾ। ਸੋ ਇਹ ਮੇਨ ਚੀਜ਼ਾਂ ਸੀਗੀ ਆਈ ਵੁੱਡ ਸੇ, ਵਰਸਸ ਕਿ ਇੱਕ ਪੁਆਇੰਟ ਕਿ ਜੀ ਇਹ ਪੁਆਇੰਟ ਮੈਨੂੰ ਲੱਗਿਆ ਕਿ ਬਹੁਤ ਹੀ, ਬਟ ਓਬਵੀਅਸਲੀ ਦੇयर ਵਾਜ਼ ਸਮ very very strong moments and points in this film which were which will remain with me, ਉਹ ਮੈਮਰੀ ਰਹੂਗੀ। ਹਾਂਜੀ, ਰੰਜ ਦਾ ਕਨਸੈਪਟ ਬਹੁਤ ਜ਼ਿਆਦਾ ਸੋਹਣਾ ਸੀਗਾ। ਸ਼ਾਇਦ ਸੁਸਾਇਟੀ ਦੇ ਵਿੱਚ ਇਹੋ ਜਿਹੇ ਕਨਸੈਪਟਸ ਦੇ ਉੱਪਰ ਕੰਮ ਕਰਨ ਦੀ ਜ਼ਰੂਰਤ ਹੈ। ਕੀ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਐਵੇਂ ਚੋਇਸਿਸ ਬੇਸਡ ਕੰਮ ਕਰਦੇ ਰਹੋਗੇ ਕਿ ਹਾਂ ਕਿ ਇਹ ਕਰਨਾ ਚਾਹੀਦਾ ਉਹੀ ਕਰਨਾ? ਹਾਲਾਂਕਿ ਚੈਲੰਜਿੰਗ ਹੁੰਦਾ ਹੈ ਕਿਉਂਕਿ ਡਿਫਰੈਂਟ ਸਿਨੇਮਾ ਜੋ ਹੈ ਚੱਲ ਰਿਹਾ ਹੈ, ਕਈ ਵਾਰ ਅਸੀਂ ਇਹ ਵੀ ਸੋਚ ਲੈਂਦੇ ਹਾਂ ਕਿ ਲੋਕ ਕੀ ਪਸੰਦ ਕਰ ਰਿਹਾ, ਲੇਕਿਨ ਤੁਸੀਂ ਪਰਸਨਲੀ ਕੀ ਮੰਨਦੇ ਹੋ? ਦੇਖੋ ਜੀ, ਮੈਂ ਕਹਿੰਦਾ ਦੋਨੋਂ ਜ਼ਰੂਰੀ ਹੈ। ਲੋਕ ਹੀ ਪਸੰਦ ਕਰ ਰਹੇ ਹੈ ਉਹ ਵੀ ਜ਼ਰੂਰੀ ਹੈ। ਸੋ ਐਜ਼ ਐਨ ਐਕਟਰ ਮੈਂ ਅੱਗੇ ਜਾ ਕੇ ਕਾਮੇਡੀ ਵੀ ਕਰੂੰਗਾ, ਬਟ ਮੈਂ ਇਹ ਕਹਿਣਾ ਡਰਾਮਾ ਕਰੂੰਗਾ, ਕਾਮੇਡੀ ਕਰੂੰਗਾ, ਪਰ ਮੈਂ ਇਹ ਕਹਿਣਾ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇੱਕ ਚੀਜ਼ ਤੁਹਾਨੂੰ ਇੰਪੋਰਟੈਂਟ ਹੈਗੀ ਹੈ ਤਾਂ ਤੁਸੀਂ ਕੰਮ ਕਰਨਾ ਐਜ਼ ਐਨ ਆਰਟਿਸਟ ਤਾਂ ਤੁਹਾਨੂੰ ਕਰਨਾ ਚਾਹੀਦਾ। ਉਸ ਕਰਕੇ ਸਾਨੂੰ ਲੱਗਿਆ ਕਿ ਸਾਨੂੰ ਫਿਲਮ ਬਣਾਉਣੀ ਚਾਹੀਦੀ ਹੈ ਜੀ, ਕਿਉਂਕਿ ਜੇ ਐਕਚੁਅਲੀ ਇਹ ਫਿਲਮ ਨੂੰ ਸਮਝੋਗੇ ਨਾ ਕਿ ਫਿਲਮ ਕਹਿ ਕੀ ਰਹੀ ਹੈ, 2 ਦਿਨ ਲਾਓ ਇਸ ਫਿਲਮ ਨੂੰ ਸਮਝੋ ਅਤੇ ਕਹਿ ਕੀ ਰਹੀ ਹੈ ਕਿ ਪੰਜਾਬ ਦੇ ਹਾਲਾਤ ਬਾਰੇ ਗੱਲ ਕਰ ਰਹੀ ਹੈ। ਜੇ ਤੁਸੀਂ ਉਹ ਸਮਝੋਗੇ ਤੁਹਾਨੂੰ ਐਕਚੁਅਲੀ ਮੇਨ ਮੀਨਿੰਗ ਇਸ ਫਿਲਮ ਦਾ ਸਮਝ ਆਊਗਾ। ਆਦੇਸ਼, ਬਹੁਤ ਸਾਰੇ ਲੋਕ ਸਾਡੀ ਤਾਰੀਫ ਕਰਨ ਵਾਲੇ ਵੀ ਹੁੰਦੇ ਆ, ਸਾਨੂੰ ਕ੍ਰਿਟੀਸਾਈਜ਼ ਵੀ ਫੇਸ ਕਰਨਾ ਪੈਂਦਾ ਹੈ। ਕ੍ਰਿਟਿਸਿਜ਼ਮ ਨੂੰ ਹਰ ਕੋਈ ਅਲੱਗ-ਅਲੱਗ ਤਰੀਕੇ ਨਾਲ ਲੈਂਦਾ ਹੈ। ਤੁਸੀਂ ਉਹਨਾਂ ਚੀਜ਼ਾਂ ਨੂੰ ਕਿਵੇਂ ਹੈਂਡਲ ਕਰਦੇ ਹੋ? ਕਿਉਂਕਿ ਕਈ ਵਾਰ ਨਾ ਮਤਲਬ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਗਲਤ ਚੀਜ਼ਾਂ ਸਾਡੇ 'ਤੇ ਹੈਵੀ ਹੋ ਜਾਂਦੀਆਂ ਜੋ ਕੰਮ 'ਤੇ ਵੀ ਦਿਖਣੀਆਂ ਸ਼ੁਰੂ ਹੋ ਜਾਂਦੀਆਂ, ਕਿਵੇਂ ਹੈਂਡਲ ਕਰਦੇ ਹੋ ਉਹਨਾਂ ਨੂੰ? ਦੇਖੋ ਜੀ, ਆਈ ਅਗਰੀ ਵਿਦ ਯੂ, ਤੁਹਾਡੀ ਗੱਲ ਜਮਾਂ ਸਹੀ ਹੈ। 2 ਕਿਸਮ ਦੀ ਕ੍ਰਿਟਿਸਿਜ਼ਮ ਹੁੰਦੀ ਹੈ ਜੀ। ਇੱਕ ਤਾਂ ਕ੍ਰਿਟਿਸਿਜ਼ਮ ਹੁੰਦੀ ਹੈ ਬਿਨਾਂ ਗੱਲ ਤੋਂ, ਅਤੇ ਇੱਕ ਹੁੰਦੀ ਹੈ ਕ੍ਰਿਟਿਸਿਜ਼ਮ ਕੰਸਟਰਕਟਿਵ ਕ੍ਰਿਟਿਸਿਜ਼ਮ। ਤੁਹਾਨੂੰ ਪਤਾ ਹੁੰਦਾ ਕਿ ਜਿਹੜਾ ਤੁਹਾਡੇ ਸਾਹਮਣੇ ਆ ਤੁਹਾਨੂੰ ਕੋਈ ਚੰਗੀ ਹੀ ਚੀਜ਼ ਦੱਸ ਰਿਹਾ, ਅਤੇ ਜੇ ਤੁਹਾਨੂੰ ਕੋਈ ਚੰਗੀ ਚੀਜ਼ ਦੱਸ ਰਿਹਾ ਸੁਣ ਲਓ। ਬਸ ਐਜ਼ ਐਕਟਰਸ ਉਹ ਬਹੁਤ ਜ਼ਰੂਰੀ ਹੈ ਕਿ ਸੁਣ ਲਓ, ਅਬਜ਼ੋਰਬ ਕਰੋ ਉਹ ਕਿੱਥੋਂ ਆ ਰਹੇ ਨੇ, ਉਹਨਾਂ ਦਾ ਪੁਆਇੰਟ ਆਫ ਵਿਊ ਕੀ ਹੈ।
ਕਿਉਂਕਿ ਉਹਨਾਂ ਦੇ ਐਕਸਪੀਰੀਅੰਸਿਸ ਅੱਡ ਨੇ, ਠੀਕ ਹੈ। ਉਹਨਾਂ ਦਾ ਟੋਟਲ ਪੁਆਇੰਟ ਆਫ ਵਿਊ, ਉਹਨਾਂ ਦਾ ਥਾਟ ਪ੍ਰੋਸੈਸ ਅੱਡ ਹੋਊਗਾ, ਉਹਨਾਂ ਦਾ ਪੋਲੀਟੀਕਲ ਬੈਂਟ ਆਫ ਮਾਈਂਡ ਬਿਲਕੁਲ ਅੱਡ ਹੋ ਸਕਦਾ ਹੈ, ਇਕਨੋਮਿਕ ਬੈਂਟ ਆਫ ਮਾਈਂਡ ਬਿਲਕੁਲ ਅੱਡ ਹੋ ਸਕਦਾ ਹੈ, ਕਿੱਥੋਂ ਆ ਰਹੇ, ਕਿਉਂ ਕਹਿ ਰਹੇ ਹੈ, ਬਿਲਕੁਲ ਅੱਡ ਹੋ ਸਕਦਾ ਹੈ। ਇੱਕ ਵਾਰੀ ਸੁਣ ਲਓ, ਕੀ ਪਤਾ ਤੁਹਾਨੂੰ ਸਿੱਖਣ ਨੂੰ ਕੁਝ ਮਿਲ ਜੇ। ਸੋ ਉਹ ਕ੍ਰਿਟਿਸਿਜ਼ਮ ਤਾਂ ਜੀ ਲੈਣੀ ਪੈਂਦੀ ਹੈ, ਅਤੇ ਓਬਵੀਅਸਲੀ ਤੁਸੀਂ ਇੰਪਰੂਵ ਕਰਦੇ ਹੋ, ਉਹ ਇੰਪਰੂਵ ਕਰਨਾ ਵੀ ਬਹੁਤ ਜ਼ਰੂਰੀ ਹੈ। ਹਾਂਜੀ। ਐਜ਼ ਅ ਪ੍ਰੋਡਿਊਸਰ, ਫਿਲਮ ਦੇ ਪ੍ਰੋਡਿਊਸਰ ਵੀ ਤੁਸੀਂ, ਐਕਟਿੰਗ ਵੀ ਕੀਤੀ ਹੈ ਤੁਸੀਂ, ਇਸ ਫਿਲਮ ਦੇ ਵਿੱਚ ਐਕਟਰ ਹੋ, ਤਾਂ ਮਤਲਬ ਜਦੋਂ ਫਿਲਮ ਰਿਲੀਜ਼ ਨਹੀਂ ਹੋਈ ਸੀ ਉਦੋਂ ਹੋਰ ਕਿਸਮ ਦੀਆਂ ਨਰਵਸਨੈਸ ਹੁੰਦੀਆਂ, ਫਿਲਮ ਰਿਲੀਜ਼ ਹੋ ਗਈ, ਆਪਣੀ ਪਰਫਾਰਮੈਂਸ ਨੂੰ ਲੈ ਕੇ ਜ਼ਿਆਦਾ ਤੁਹਾਨੂੰ ਇੱਦਾਂ ਫੀਲ ਹੋ ਰਿਹਾ ਸੀ ਕੁਝ, ਜਾਂ ਐਜ਼ ਅ ਪ੍ਰੋਡਿਊਸਰ ਆਪਣੀ ਜ਼ਿਆਦਾ ਵੱਡੀ ਰਿਸਪੌਂਸਿਬਿਲਿਟੀ ਮੰਨ ਰਹੇ ਸੀ? ਜੀ ਫਿਲਮ ਦੀ ਪਰਫਾਰਮੈਂਸ ਦਾ ਜਿਹੜਾ ਮੈਂ ਕੰਮ ਕਰ ਲਿਆ ਉਹ ਤਾਂ ਮੈਨੂੰ ਪਤਾ ਹੀ ਹੈ, ਮੈਂ ਕਿੱਥੇ ਕਿੱਥੇ ਐਜ਼ ਐਕਟਰਸ ਵੀ ਆਲਵੇਜ਼ ਲਰਨਿੰਗ ਕਿ ਕਿੱਥੇ ਕਿੱਥੇ ਇੰਪਰੂਵ ਕਰ ਸਕਦਾ। ਹਾਂਜੀ, ਅਤੇ ਮਤਲਬ ਕਿਹੜਾ ਠੀਕ ਗਿਆ ਅਤੇ ਕਿਹੜਾ ਉਹ ਸਾਡਾ ਐਕਟਰਸ ਦਾ ਪ੍ਰੋਸੈਸ ਚੱਲਦਾ ਰਹਿੰਦਾ ਟੂ ਇੰਪਰੂਵ। ਬਟ ਐਜ਼ ਅ ਪ੍ਰੋਡਿਊਸਰ ਜੀ ਪਹਿਲੀ ਵਾਰੀ ਜਦੋਂ ਮੈਨੂੰ ਲੱਗਿਆ ਕਿ ਇਹ ਹੋ ਕੀ ਰਿਹਾ ਵਾਜ ਜਦੋਂ ਮੈਂ ਐਕਚੁਅਲੀ ਐਕਟ ਕਰ ਰਿਹਾ ਸੀ ਇਸ ਫਿਲਮ 'ਚ। ਇੱਕ ਪਾਸੇ ਮੈਂ ਪ੍ਰੋਡਿਊਸਰ ਹਾਂ, ਉੱਤੋਂ ਜੀ ਹੈਵੀ ਫਿਲਮ, ਠੀਕ ਹੈ, ਉਹ ਕੈਰੈਕਟਰ ਜਮਾਂ ਆਪੋਜ਼ਿਟ, ਠੀਕ ਹੈ। ਸੋ ਉਹ ਬੈਲੈਂਸ ਕਰਨਾ 21 ਦਿਨ ਵਿੱਚ ਸਵੇਰੇ ਸ਼ਾਮ ਡਿਪੈਂਡਿੰਗ ਕਿ ਜਦੋਂ ਸ਼ੂਟ ਹੋ ਰਹੀ ਹੈ ਅਤੇ ਨਹੀਂ ਹੋ ਰਹੀ, ਉਹ ਫਲਿੱਪ ਕਰਨਾ ਬਹੁਤ ਹੀ ਇੰਟਰਸਟਿੰਗ ਰਿਹਾ ਸੀ। ਅਤੇ ਓਬਵੀਅਸਲੀ ਜੀ ਜਦੋਂ ਸਾਨੂੰ ਲੱਗਿਆ ਕਿ 2020 'ਚ ਫਿਲਮ ਰਿਲੀਜ਼ ਹੋ ਜੂਗੀ ਅਤੇ ਨਹੀਂ ਹੋਈ, ਅਤੇ ਜਿਹੜਾ 2 ਸਾਲ ਜੀ ਵੇਟ ਕਰਨਾ ਪਿਆ, ਓਬਵੀਅਸਲੀ ਉਹ ਬਹੁਤ ਪੇਸ਼ੈਂਸ ਦਿਖਾਉਣੀ ਪਈ ਸਾਨੂੰ। ਅਤੇ ਜਦੋਂ ਫਿਲਮ ਨਿਕਲੀ ਇਟ ਵਾਜ਼ ਕਿ ਚਲੋ ਫਾਈਨਲੀ, ਕਿਉਂਕਿ ਕਾਫੀ ਫਿਲਮਾਂ ਜੀ ਆਉਂਦੀਆਂ ਨਹੀਂ ਬਾਹਰ, ਸੋ ਵੀ ਵਰ ਲਾਈਕ ਕਿ ਚਲੋ ਫਿਲਮ ਨਿਕਲੀ, ਫਾਈਨਲੀ ਨਿਕਲੀ, ਐਂਡ ਅਸੀਂ ਵੱਡੇ ਪਰਦੇ 'ਤੇ ਦਿਖਾਣੀ ਸੀ ਜੀ ਇਹ ਫਿਲਮ। ਅਤੇ ਓਬਵੀਅਸਲੀ ਇਹ ਔਨਲਾਈਨ ਵੀ ਜਾਊਗੀ ਜੀ, ਅਤੇ ਆਈ ਮੀਨ ਵੀ ਆਰ ਵੇਟਿੰਗ ਫॉर दैट ਐਂਡ ਆਫਟਰ ਦ ਸਿਨੇਮਾ ਥਿੰਗ ਔਨਲਾਈਨ ਜਾਊਗੀ। ਹਾਂਜੀ। ਵੈਬ ਸੀਰੀਜ਼ ਤੁਸੀਂ ਕਰ ਵੀ ਚੁੱਕੇ ਹੋ, ਅਗਰ ਤੁਹਾਨੂੰ ਕੋਈ ਅੱਛੀ ਵੈਬ ਸੀਰੀਜ਼ ਆਫਰ ਹੋ ਜਾਏ ਔਰ ਉੱਪਰੋਂ ਵੱਡੇ ਪਰਦੇ ਦੀ ਫਿਲਮ ਹੋਵੇ, ਤਾਂ ਕਿਹੜੀ ਜ਼ਿਆਦਾ ਚੁਆਇਸ ਚਾਹੂਗਾ, ਕੀ ਚੂਜ਼ ਕਰੋਗੇ ਦੋਨਾਂ ਦੇ ਇਹ ਤਾਂ ਵਿੱਚ? ਜੀ ਡਿਪੈਂਡ ਕਰਦਾ ਹੈ, ਇਹ ਟੋਟਲੀ ਡਿਪੈਂਡ ਕਰਦਾ ਹੈ ਪ੍ਰੋਜੈਕਟ ਉੱਤੇ ਅਤੇ ਕੈਰੈਕਟਰ ਉੱਤੇ। ਆਈ ਵੁੱਡ ਸੇ ਪ੍ਰੋਜੈਕਟ ਐਂਡ ਕੈਰੈਕਟਰ, ਉਹ ਦੋਨੋਂ ਚੀਜ਼ਾਂ ਮੈਟਰ ਕਰਦੀਆਂ। ਜੇ ਤੁਹਾਨੂੰ ਚੰਗਾ ਕੈਰੈਕਟਰ ਅਤੇ ਚੰਗੇ ਪ੍ਰੋਜੈਕਟ ਮਿਲ ਰਹੇ ਹੈ ਤਾਂ ਫਿਰ ਸੋਚਣਾ ਨਹੀਂ ਚਾਹੀਦਾ ਕਿ ਵੈਬ ਹੈ ਜਾਂ ਫਿਲਮ ਹੈਗੀ ਹੈ। ਹਾਂਜੀ। ਮੈਂ ਪਹਿਲੇ ਵੀ ਕਿਹਾ ਸੀ ਕਿ ਜਿਹੜੇ ਥੀਏਟਰ ਦੇ ਐਕਟਰਸ ਹੁੰਦੇ ਆ ਨਾ, ਉਹਨਾਂ ਦੀ ਐਕਟਿੰਗ ਤੇ ਚੈਲੰਜ ਕੁਐਸਚਨ ਮਾਰਕ ਨਹੀਂ ਕੀਤਾ ਜਾ ਸਕਦਾ। ਸਾਡੀ ਪੰਜਾਬੀ ਸਿਨੇਮਾ ਦੇ ਵਿੱਚ ਕਹਿ ਸਕਦੇ ਹਾਂ ਕਿ ਸਿੰਗਰਸ ਹੈ, ਉਹਨਾਂ ਨੂੰ ਅਪਰੋਚਸ ਕੀਤਾ ਜਾਂਦਾ, ਜਾਂ ਥੀਏਟਰਸ ਦੇ ਐਕਟਰਸ ਕਿਤੇ ਨਾ ਕਿਤੇ ਤੇ ਜ਼ਰੂਰ ਇਦਾਂ ਦਿਖਾਉਂਦੇ ਆ। ਤਾਂ ਤੁਸੀਂ ਇਹਨਾਂ ਚੀਜ਼ਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ, ਜਾਂ ਤੁਹਾਨੂੰ ਲੱਗਦਾ ਕਿ ਸਾਨੂੰ ਕਿੱਥੇ ਸੋਚਣਾ ਚਾਹੀਦਾ? ਦੇਖੋ ਜੀ ਅੱਡ ਅੱਡ ਤਰੀਕੇ ਨੇ। ਹੁਣ ਮੇਰੇ ਨਾਲ ਹੋਇਆ ਕਿ ਮੈਂ ਪਹਿਲਾਂ ਐਕਟਿੰਗ 'ਤੇ ਕੰਮ ਕੀਤਾ ਅਤੇ ਹੁਣ ਮੈਂ ਮਾਰਕੀਟ 'ਚ ਆ ਰਿਹਾ। ਜਿਹੜੇ ਸਿੰਗਰਸ ਨੇ ਉਹਨਾਂ ਕੋਲ ਮਾਰਕੀਟ ਪਹਿਲਾਂ ਸੀ, ਅਤੇ ਇਫ ਯੂ ਸੀ ਕੰਮ ਪਹਿਲੀ ਫਿਲਮ ਤੋਂ ਲੈ ਕੇ ਹੁਣ ਤੱਕ ਉਹ ਇੰਪਰੂਵ ਹੋ ਗਏ। ਸੋ ਅਪਰੋਚਿਸ ਬਹੁਤ ਫਰਕ ਰਹੀ ਹੈ, ਬਸ ਮੈਂ ਤਾਂ ਇਹੀ ਕਹੂੰਗਾ। ਪਰ ਪੰਜਾਬ ਵਿੱਚ ਵੀ ਕਾਫੀ ਥੀਏਟਰ ਐਕਟਰਸ ਨੇ, ਚੰਗੇ ਥੀਏਟਰ ਐਕਟਰਸ ਨੇ, ਅਤੇ ਉਹ ਹੁਣ ਕਰ ਰਹੇ ਨੇ ਜੀ, ਸ਼ੋਜ਼ ਕਰ ਰਹੇ ਨੇ ਅਤੇ ਫਿਲਮਸ ਕਰ ਰਹੇ ਨੇ। ਹੋਰ ਕਿਸ ਤਰ੍ਹਾਂ ਦੇ ਜਿਹੜੇ ਪ੍ਰੋਜੈਕਟਸ ਹੈ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਰੋਗੇ, ਜਾਂ ਤੁਸੀਂ ਇਹਨਾਂ ਦੇ ਉੱਪਰ ਜ਼ਰੂਰ ਕੰਮ ਕਰੋਗੇ? ਜੀ ਕੁਝ ਪ੍ਰੋਜੈਕਟਸ ਉੱਤੇ 1-2 ਪ੍ਰੋਜੈਕਟਸ ਤਾਂ ਆਲਰੇਡੀ ਸ਼ੁਰੂ ਹੋ ਗਏ ਨੇ ਸਾਡੇ, ਮਤਲਬ ਗੱਲਾਂ ਚੱਲਣ ਲੱਗ ਗਈਆਂ। ਸੋ ਅਸੀਂ ਬਸ ਵੇਟ ਕਰ ਰਹੇ ਹਾਂ ਕਿ ਕਦੋਂ, ਜਦੋਂ ਇਹ ਫਿਲਮ ਦਾ ਸਾਰਾ ਕੰਮ ਮੁੱਕ ਗਿਆ ਅਤੇ ਉਹ ਫਿਰ ਸ਼ੁਰੂ ਕਰ ਲਾਂਗੇ ਜੀ। ਸੋ ਰੰਜ ਫਿਲਮ ਨੂੰ ਆਲਰੇਡੀ ਬੇਹੱਦ ਪਸੰਦ ਕੀਤਾ ਜਾ ਰਿਹਾ, ਬੜੇ ਸੋਹਣੇ ਕਨਸੈਪਟ ਦੇ ਉੱਪਰ ਫਿਲਮ ਬਣਾਈ ਹੈ। ਜਿਨ੍ਹਾਂ ਨੇ ਫਿਲਮ ਨਹੀਂ ਦੇਖੀ, ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਉਹਨਾਂ ਨੂੰ ਇਹ ਫਿਲਮ ਜਾ ਕੇ ਦੇਖਣੀ ਚਾਹੀਦੀ ਹੈ ਅਤੇ ਕਿਉਂ ਦੇਖਣੀ ਚਾਹੀਦੀ ਹੈ? ਇਹ ਜੀ ਫਿਲਮ ਜਿਹੜੀ ਹੈਗੀ ਹੈ ਰੰਜ, ਇਹ ਇੱਕ ਕੈਰੈਕਟਰ ਦੀ ਰੰਜਿਸ਼ ਬਾਰੇ ਗੱਲ ਕਰਦੀ ਹੈ। ਰੰਜਿਸ਼ ਮਤਲਬ ਉਹਨੂੰ ਇੱਕ ਕਿਸਮ ਦਾ ਗੁੱਸਾ ਹੈਗਾ। ਇਹ ਗੁੱਸਾ ਜੀ ਇਕੱਲਾ ਇੱਕ ਬੰਦੇ ਦਾ ਗੁੱਸਾ ਨਹੀਂ ਹੈ, ਇਹ ਗੁੱਸਾ ਇਹ ਹੈਗਾ ਜੀ ਜਿਹੜੇ ਪੰਜਾਬ ਦੇ ਇਸ ਟਾਈਮ 'ਤੇ ਹਾਲਾਤ ਨੇ, ਬਹੁਤ ਲੋਕ ਇਹਨਾਂ ਨਾਲ ਡੀਲ ਕਰ ਰਹੇ ਨੇ। ਇਹ ਮਤਲਬ ਅਨਇੰਪਲੋਇਮੈਂਟ ਬਾਰੇ ਗੱਲ ਕਰਦੀ ਹੈ, ਮਤਲਬ ਬੇਰੁਜ਼ਗਾਰੀ। ਹਾਂਜੀ, ਲੋਕਾਂ ਕੋਲ ਕੰਮ ਹੈ ਨਹੀਂ, ਜੋਬਸ ਹੈ ਨਹੀਂ ਜੀ। ਕਿੰਨੇ ਲੋਕਾਂ ਨੂੰ ਤੁਸੀਂ ਗਵਰਨਮੈਂਟ ਜੋਬਸ ਦੇ ਦੋਗੇ? ਉਹਦੇ ਨਾਲ ਕੀ ਹੁੰਦਾ ਫਿਰ, ਜੇ ਕੰਮ ਹੈ ਨਹੀਂ ਲੋਕ ਬਾਹਰ ਜਾਂਦੇ ਹੈ। ਹੁਣ ਇੱਕ ਤਾਂ ਜੀ ਹੋ ਗਈ ਤੁਹਾਡੀ ਚੋਇਸ, ਜੇ ਚੋਇਸ ਹੈ ਤਾਂ ਜੀ ਵਧੀਆ, ਪਰ ਜੇ ਚੋਇਸ ਹੈ ਨਹੀਂ ਤਾਂ ਤੁਹਾਨੂੰ ਧੱਕੇ ਨਾਲ ਬਾਹਰ ਜਾਣਾ ਪੈ ਰਿਹਾ, ਉਹ ਤਾਂ ਫਿਰ ਬਹੁਤ ਅੱਡ ਗੱਲ ਹੈ ਨਾ ਜੀ। ਹੁਣ ਕਾਫੀ ਲੋਕ ਆਪਦੀ ਜ਼ਮੀਨ ਨਾਲ ਜੁੜੇ ਹੋਏ ਹੈ, ਉਹ ਰਹਿਣਾ ਚਾਹੁੰਦੇ ਆ ਆਪਦੇ ਏਰੀਆ 'ਚ, ਅਤੇ ਫਿਰ ਉਹਨਾਂ ਦਾ ਕੀ ਹੋਊਗਾ? ਮਤਲਬ ਫਿਰ ਐਂ ਤਾਂ ਸਾਰੇ ਲੋਕ ਬਾਹਰ ਜਾਣ ਲੱਗ ਜਾਣਗੇ। ਇਹ ਤਾਂ ਮਤਲਬ ਗਲਤ ਹੈ ਨਾ ਜੀ। ਮੈਂ ਤਾਂ ਕਹਿੰਦਾ ਕਿ ਪੰਜਾਬ 'ਚ ਹੋਰ ਇੰਡਸਟਰੀ ਆਵੇ, ਪੰਜਾਬ ਦਾ ਜੋਬਸ ਇਨਕਰੀਜ਼ ਹੋਣ, ਵਧੀਆ ਹੋਵੇ। ਹਾਂਜੀ, ਅਤੇ ਇੱਕ ਤਾਂ ਇਹ ਗੱਲ ਹੈਗੀ ਹੈ ਜੀ, ਜਿਹੜੀ ਸੀਰੀਅਸ ਗੱਲ ਹੈਗੀ ਹੈ ਕਿ ਪੰਜਾਬ ਦੇ ਹਾਲਾਤ ਇੰਪਰੂਵ ਹੋਣ। ਇਹ ਕੈਰੈਕਟਰ ਦਾ ਜਿਹੜਾ ਗੁੱਸਾ ਹੈ, ਉਹ ਸਾਰੇ ਮਤਲਬ ਕਾਫੀ ਲੋਕਾਂ ਦਾ ਗੁੱਸਾ ਹੈਗਾ,
ਇੱਕ ਤਾਂ ਉਹ ਹੈਗੀ ਹੈ ਜੀ ਗੱਲ, ਤੇ ਇੱਕ ਹੈਗੀ ਹੈ ਜੀ ਗੱਲ, ਇਹ ਲਵ ਸਟੋਰੀ ਵੀ ਹੈਗੀ ਹੈ ਤੇ ਬਹੁਤ ਹੀ ਨੈਚੁਰਲ ਵੇ ਨਾਲ ਦਿਖਾਈ ਗਈ ਹੈ। ਇਹ ਫਿਲਮ ਹੀ ਜੀ ਬਹੁਤ ਹੀ ਅਲਟਰਾ ਰੀਅਲ ਤਰੀਕੇ ਨਾਲ ਦਿਖਾਈ ਗਈ ਹੈ। ਸਾਰੇ ਕੈਰੈਕਟਰਸ ਇੰਨੇ ਰੀਅਲ ਤਰੀਕੇ ਨਾਲ ਦਿਖਾਏ ਗਏ ਨੇ, ਉਸ ਕਰਕੇ ਇਹ ਜਨਰ ਬਹੁਤ ਫਰਕ ਹੈਗਾ ਫਰੋਮ ਜਿਹੜਾ ਤੁਸੀਂ ਹੁਣ ਦੇਖ ਰਹੇ ਹੋ। ਸੋ ਪਲੀਜ਼ ਜਾ ਕੇ ਇਸ ਫਿਲਮ ਨੂੰ ਵੇਖੋ ਤੇ ਫੀਡਬੈਕ ਇਜ਼ ਆਲਵੇਜ਼ ਗੁੱਡ। ਤੇ ਆਨਲਾਈਨ ਵੀ ਆਊਗੀ ਜੀ ਫਿਲਮ, ਤੇ ਥੈਂਕ ਯੂ ਸੋ ਮਚ। ਸੋ ਇਹ ਸਨ ਸਾਡੇ ਨਾਲ ਆਦੇਸ਼ ਸਿੱਧੂ, ਫਿਲਮ ਦੇ ਐਕਟਰ, ਜਿਨ੍ਹਾਂ ਨੇ ਫਿਲਮ ਦੇ ਬਾਰੇ ਆਲਰੇਡੀ ਸਾਨੂੰ ਬਹੁਤ ਕੁਝ ਅੱਛਾ ਦੱਸਤਾ ਹੈ ਕਿ ਜਿਨ੍ਹਾਂ ਨੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਵਾਸ ਹੰਡਾਇਆ ਉਹ ਕਿਤੇ ਨਾ ਕਿਤੇ ਇਸ ਫਿਲਮ ਦੇ ਨਾਲ ਜ਼ਰੂਰ ਕਨੈਕਟ ਕਰਨਗੇ। ਫਿਲਮ ਨੂੰ ਆਲਰੇਡੀ ਪਸੰਦ ਕੀਤਾ ਜਾ ਰਿਹਾ। ਜਿਨ੍ਹਾਂ ਨੇ ਇਹ ਫਿਲਮ ਜਾ ਕੇ ਨਹੀਂ ਦੇਖੀ ਉਹ ਜ਼ਰੂਰ ਦੇਖਣ, ਤਾਂ ਕਿ ਉਹਨਾਂ ਨੂੰ ਲੱਗੇ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਜੋ ਅਸੀਂ ਆਪਣੀ ਜ਼ਿੰਦਗੀ 'ਚ ਹੰਡਾਉਂਦੇ ਹਾਂ, ਜਿਨ੍ਹਾਂ ਤੇ ਗੱਲ ਨਹੀਂ ਹੁੰਦੀ, ਹੋਣੀ ਚਾਹੀਦੀ ਹੈ, ਉਹ ਇਸ ਫਿਲਮ ਦੇ ਵਿੱਚ ਸਾਨੂੰ ਜ਼ਰੂਰ ਦੇਖਣ ਨੂੰ ਮਿਲੇਗਾ।